ਅੱਜ ਤੁਸੀਂ ਸੁਣੋਗੇ ਪੰਜਾਬੀ ਆਡੀਓ ਬੁੱਕ ਮਾਲਾ ਮਨ ਕੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ। ਵਿਗਿਆਨ ਦੇ ਮਹਾਨ ਯੁੱਗ ਕਲਾ ਦੇ ਵੀ ਮਹਾਨ ਯੁੱਗ ਹੋਏ ਹਨ। ਮੂਰਖਾਂ ਦੇ ਬੂਟ ਉਹਨਾਂ ਦੇ ਦਿਮਾਗ ਨਾਲੋਂ ਵੱਧ ਲਿਸ਼ਕਦੇ ਹਨ। ਵਿਗਿਆਨੀ ਗਿਆਨ ਸਿਰਜਦਾ ਹੈ, ਕਲਾਕਾਰ ਸੁਹਜ ਉਪਜਾਉਂਦਾ ਹੈ। ਜ਼ਿੰਦਗੀ ਦਾ ਦੁਖਾਂਤ ਇਹ ਹੈ ਕਿ ਜਦੋਂ ਕੋਈ ਤਾਸ਼ ਖੇਡਣ ਦਾ ਮਾਹਿਰ ਹੋ ਜਾਂਦਾ ਹੈ ਤਾਂ ਸਾਰੇ ਜਾਣੂ ਸ਼ਤਰੰਜ ਖੇਡਣ ਲੱਗ ਪੈਂਦੇ ਹਨ। ਸਾਰੀਆਂ ਆਜ਼ਾਦੀਆਂ ਸੋਚਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਆਰੰਭ ਹੁੰਦੀਆਂ ਹਨ। ਪਲਾਂ ਨੂੰ ਮਾਨਣ ਵਾਸਤੇ ਆਪਣੀ ਸੋਚ ਨੂੰ ਮਿੰਟਾਂ ਸਕਿੰਟਾਂ ਵਿੱਚ ਢਾਲਣਾ ਪਵੇਗਾ। ਆਪਣੀ ਰੱਖਿਆ ਲਈ ਭੈਣਾਂ ਨੂੰ ਸ਼ੇਰ ਨਹੀਂ ਭਰਾ ਚਾਹੀਦੇ ਹੁੰਦੇ ਹਨ। ਪ੍ਰਸਿੱਧੀ ਉਹ ਹਾਲਤ ਹੁੰਦੀ ਹੈ ਜਦੋਂ ਭਾਵੇਂ ਤੁਸੀਂ ਗੈਰ ਹਾਜ਼ਰ ਹੋਵੋ ਪਰ ਗੱਲ ਤੁਹਾਡੇ ਪੱਖ ਵਿੱਚ ਹੋ ਰਹੀ ਹੋਵੇ। ਦਿਨ ਘੱਟ ਹੋਣ ਕਰਕੇ ਹਰ ਕਰਮਚਾਰੀ ਫਰਵਰੀ ਦਾ ਮਹੀਨਾ ਪਸੰਦ ਕਰਦਾ ਹੈ। ਕਈ ਇਤਨੇ ਚੀੜੇ ਹੁੰਦੇ ਹਨ ਕਿ ਉਹਨਾਂ ਨੂੰ ਵੇਖ ਕੇ ਐਨਾਸੀਨ ਦਾ ਵੀ ਸਿਰ ਦੁਖਣ ਲੱਗ ਪੈਂਦਾ ਹੈ। ਭਾਰਤ ਵਿੱਚ ਨਿੱਕੀਆਂ ਗੱਲਾਂ ਨੂੰ ਵੱਡੇ ਸੰਕਟ ਬਣਾਉਣ ਦੀ ਵਿਕਾਸ ਦਰ ਵੱਧ ਰਹੀ ਹੈ। ਇਸਤਰੀ ਜਿਸ ਨੂੰ ਪਿਆਰ ਕਰਦੀ ਹੈ ਉਸ ਤੇ ਤਰਸ ਵੀ ਖਾਂਦੀ ਹੈ ਅਤੇ ਅਕਸਰ ਤਰਸ ਦੀ ਭਾਵਨਾ ਹੀ ਪਿਆਰ ਪ੍ਰਤੀਤ ਹੁੰਦੀ ਹੈ। ਦੂਜਿਆਂ ਉੱਤੇ ਨਿਰਭਰ ਰਹਿ ਕੇ ਪ੍ਰਸੰਨ ਨਹੀਂ ਹੋਇਆ ਜਾ ਸਕਦਾ। ਆਪਣੀ ਔਕਾਤ ਨਾਲੋਂ ਮਹਿੰਗੀ ਖਰੀਦੀ ਚੀਜ਼ ਸਾਂਭੀ ਜਾਂਦੀ ਹੈ, ਵਰਤੀ ਨਹੀਂ ਜਾਂਦੀ। ਤਲਾਕ ਸੌਖਾ ਹੋ ਗਿਆ ਹੈ ਪਰ ਤਲਾਕ ਤੋਂ ਮਗਰੋਂ ਦਾ ਜੀਵਨ ਸੌਖਾ ਨਹੀਂ ਹੋਇਆ। ਇਸਤਰੀ ਕਿਧਰੇ ਵੀ ਇਕੱਲਿਆਂ ਨਹੀਂ ਹੋਣਾ ਚਾਹੁੰਦੀ, ਇਸੇ ਕਰਕੇ ਉਹ ਆਜ਼ਾਦ ਵੀ ਨਹੀਂ ਹੋ ਸਕਦੀ। ਸਰਹੱਦੀ ਇਲਾਕਿਆਂ ਦੇ ਲੋਕ ਲੜਾਕੇ ਹੁੰਦੇ ਹਨ। ਉਹਨਾਂ ਦੇ ਲੜਾਕੇ ਹੋਣ ਕਰਕੇ ਹੀ ਸਰਹੱਦਾਂ ਬਣਦੀਆਂ ਹਨ। ਜਦੋਂ ਪ੍ਰੇਮਿਕਾ ਬਹੁਤ ਅਰਸੇ ਮਗਰੋਂ ਮਿਲੇ ਤਾਂ ਪ੍ਰੇਮੀ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਉਸਨੂੰ ਕਿਵੇਂ ਮਿਲੇ। ਕਈਆਂ ਦੇ ਦਿਲ ਦੀਆਂ ਜੇਬਾਂ ਖਾਲੀ ਹੀ ਨਹੀਂ, ਪਾਟੀਆਂ ਵੀ ਹੁੰਦੀਆਂ ਹਨ। ਪਿੱਤਲ ਦੀ ਮੁੰਦਰੀ ਨਾ ਪਿਆਰ ਨਿਸ਼ਾਨੀ ਬਣਦੀ ਹੈ ਅਤੇ ਨਾ ਹੀ ਔਖੇ ਵੇਲਿਆਂ ਵਿੱਚ ਰਕਮ ਬਣਦੀ ਹੈ। ਫੁਲਕਾਰੀ ਦੁਲਹਨ ਦਾ ਰੂਪ ਉਭਾਰਨ ਵਾਸਤੇ ਪਹਿਨਾਈ ਜਾਂਦੀ ਹੈ। ਫੁਲਕਾਰੀ ਵਿੱਚ ਹਰ ਇਸਤਰੀ ਬੜੀ ਬੀਬੀ ਅਤੇ ਸੋਹਣੀ ਲੱਗਦੀ ਹੈ। ਕੇਵਲ ਅਕਬਰ ਨੂੰ ਭਾਰਤ ਦੀ ਆਤਮਾ ਦੀ ਸਮਝ ਸੀ, ਇਸੇ ਕਰਕੇ ਮੁਗਲ ਬਾਦਸ਼ਾਹਾਂ ਵਿੱਚੋਂ ਭਾਰਤੀ ਕੇਵਲ ਉਸ ਦਾ ਸਤਿਕਾਰ ਕਰਦੇ ਹਨ। ਕੁਰਾਹੇ ਪਏ ਨੂੰ ਸ਼ਾਬਾਸ਼ ਦੇਣੀ ਚੰਗਿਆਂ ਨਾਲ ਅਤਿਆਚਾਰ ਹੁੰਦੀ ਹੈ। ਮਹਿਬੂਬ ਦੀ ਹਾਜ਼ਰੀ ਵਿੱਚ ਆਪਣੀਆਂ ਗੱਲਾਂ ਕਰਨੀਆਂ ਹੁਸਨ ਦੀ ਤੋਹੀਨ ਹੁੰਦੀ ਹੈ। ਸਮੁੰਦਰ ਨੂੰ ਅੱਗ ਦਾ ਕੀ ਡਰ, ਸੰਤ ਨੂੰ ਚੋਰੀ ਦਾ ਕੀ ਸੰਸਾ। ਘੱਟ ਬੋਲਣ ਨਾਲ ਮਾਣ ਸਤਿਕਾਰ ਵੱਧਦਾ ਹੈ। ਜੇ ਕਿਸੇ ਸਮਾਗਮ ਵਿੱਚ ਚੁੱਪ ਰਹੋ ਤਾਂ ਸਾਰੇ ਸਮਝਣਗੇ ਕਿ ਤੁਸੀਂ ਸੋਚ ਰਹੇ ਹੋ। ਨਿੰਦਕ ਬੜੇ ਪਰੇਸ਼ਾਨ ਹੁੰਦੇ ਹਨ, ਪਰੇਸ਼ਾਨ ਰਹਿੰਦੇ ਹਨ ਅਤੇ ਪਰੇਸ਼ਾਨ ਕਰਦੇ ਹਨ। ਚੁਗਲਖੋਰ ਮਰੇ ਹੋਏ ਝਗੜੇ ਨੂੰ ਜਗਾਉਂਦਾ ਰਹਿੰਦਾ ਹੈ। ਜਿਸ ਦਾ ਪਤੀ ਭੈੜਾ ਹੋਵੇ ਉਹ ਇਸਤਰੀ ਨਰਕ ਤੋਂ ਨਹੀਂ ਡਰਦੀ। ਪਰੇਸ਼ਾਨ ਹੋਇਆ ਮਨੁੱਖ ਬਹੁਤ ਬੋਲਦਾ ਹੈ। ਜੇ ਅਫਸਰ ਕਰਮਚਾਰਨ ਨਾਲ ਇਸ਼ਕ ਕਰੇ ਤਾਂ ਕਰਮਚਾਰਨ ਅਫਸਰ ਅਤੇ ਅਫਸਰ ਉਸ ਦਾ ਕਰਮਚਾਰੀ ਬਣ ਜਾਂਦਾ ਹੈ। ਰਾਤ ਦੀ ਲੰਬਾਈ ਰੋਗੀ ਨਾਲੋਂ ਬਿਹਤਰ ਕੋਈ ਨਹੀਂ ਜਾਣਦਾ। ਬਾਣੀਏ ਦੀ ਨਿਰਧਨ ਵਿੱਚ, ਵਿਦਵਾਨ ਦੀ ਅਨਪੜ੍ਹ ਵਿੱਚ
ਅਤੇ ਦੁਕਾਨਦਾਰ ਦੀ ਮੰਗਤੇ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਕਈਆਂ ਦੇ ਭੋਗ ਤੇ ਵਿਆਹ ਵਾਲੀ ਰੌਣਕ ਹੁੰਦੀ ਹੈ। ਪਰੰਪਰਾਗਤ ਸਮਾਜ ਕੁਝ ਨਵਾਂ ਸੋਚਦੇ ਕਰਦੇ ਨਹੀਂ। ਉਹਨਾਂ ਦਾ ਸਾਰਾ ਜ਼ੋਰ ਜੀਵਨ ਨੂੰ ਨਿਰਵਿਘਨ ਅਤੇ ਘਟਨਾ ਰਹਿਤ ਬਣਾਉਣ ਤੇ ਲੱਗਿਆ ਹੁੰਦਾ ਹੈ। ਛੜੇ ਦਾ ਦੁੱਖ ਦਰਦ ਕੋਈ ਨਹੀਂ ਵੰਡਦਾ, ਕਿਉਂਕਿ ਹਰ ਕੋਈ ਇਹੀ ਕਹਿੰਦਾ ਹੈ ਕਿ ਛੜੇ ਨੂੰ ਦੁੱਖ ਹੁੰਦਾ ਹੀ ਕੀ ਹੈ। ਜਿਹੜੇ ਕੰਮ ਨਹੀਂ ਕਰਦੇ ਅਤੇ ਸੂਦ ਅਤੇ ਕਿਰਾਏ ਤੇ ਜਿਉਂਦੇ ਹਨ, ਉਹ ਸੁਖੀ ਭਾਵੇਂ ਹੋਣ, ਪ੍ਰਸੰਨ ਨਹੀਂ ਹੁੰਦੇ। ਕਿਸੇ ਦੀ ਨਿੰਦਾ ਕਰਨ ਵਾਲਾ ਵਾਸਤਵ ਵਿੱਚ ਸਾਰੇ ਵੇਰਵੇ ਆਪਣੇ ਆਪ ਬਾਰੇ ਦੱਸ ਰਿਹਾ ਹੁੰਦਾ ਹੈ। ਮੁਰਝਾਏ ਫੁੱਲਾਂ ਦਾ ਗੁਲਦਸਤਾ ਨਹੀਂ ਬਣਦਾ। ਸੰਤੋਖ ਅਤੇ ਸਬਰ ਵਿਖਾਉਣ ਨਾਲ ਅਜੇ ਤੱਕ ਕਿਸੇ ਨੂੰ ਪਛਤਾਉਣਾ ਨਹੀਂ ਪਿਆ। ਸਾੜਾ ਅਤੇ ਮੁਹੱਬਤ ਮਤਰੇਈਆਂ ਭੈਣਾਂ ਹਨ, ਜਿਹੜੀਆਂ ਹਰ ਥਾਂ ਹਮੇਸ਼ਾ ਲੜਦੀਆਂ ਹੀ ਰਹਿੰਦੀਆਂ ਹਨ। ਜਿਸ ਨਾਲ ਦੁਰਘਟਨਾ ਵਾਪਰਦੀ ਹੈ, ਉਹ ਬੇਹੋਸ਼ ਹੋ ਜਾਂਦਾ ਹੈ। ਬਾਕੀ ਸਾਰੇ ਹੋਸ਼ ਵਿੱਚ ਆ ਜਾਂਦੇ ਹਨ। ਮਹਾਂਪੁਰਸ਼ਾਂ ਦੀ ਮਹਾਨਤਾ ਦਾ ਐਲਾਨ ਲੋਕ ਆਪਣੇ ਦਿਲਾਂ ਨਾਲ ਜੈਕਾਰੇ ਮਾਰ ਕੇ ਕਰਦੇ ਹਨ। ਖੁੱਲੀ ਬਹਿਸ ਨਾਲ ਸਹਿਮਤੀ ਉਪਜਦੀ ਹੈ, ਇੱਕ ਪਾਸੜ ਬਹਿਸ ਨਾਲ ਝਗੜੇ ਉਪਜਦੇ ਹਨ। ਸੱਚਾ ਦੋਸਤ ਸਾਡੀਆਂ ਅਸਫਲਤਾਵਾਂ ਨੂੰ ਅਣਡਿੱਠ ਅਤੇ ਸਾਡੀਆਂ ਸਫਲਤਾਵਾਂ ਨੂੰ ਬਰਦਾਸ਼ਤ ਕਰਦਾ ਹੈ। ਜਨਤਾ ਨੂੰ ਇੱਕ ਨੇਤਾ ਚਾਹੀਦਾ ਹੁੰਦਾ ਹੈ, ਜਿਹੜਾ ਮਹਾਨ ਹੋਵੇ, ਜਿਸ ਨੂੰ ਉਹ ਮਹਾਨ ਕਹਿ ਸਕਣ, ਜਿਹੜਾ ਲੋਕਾਂ ਨੂੰ ਉਹਨਾਂ ਦੇ ਮਹਾਨ ਹੋਣ ਦਾ ਅਹਿਸਾਸ ਕਰਵਾਏ। ਪ੍ਰਸਿੱਧ ਪੁਸਤਕਾਂ ਅੱਖਾਂ ਨਾਲ ਨਹੀਂ, ਦਿਲਾਂ ਨਾਲ ਪੜ੍ਹੀਆਂ ਜਾਂਦੀਆਂ ਹਨ, ਕਿਉਂਕਿ ਇਹ ਪੁਸਤਕਾਂ ਮਹਿਸੂਸ ਕਰਨ ਵਾਲੀ ਜ਼ੁਬਾਨ ਵਿੱਚ ਲਿਖੀਆਂ ਗਈਆਂ ਹੁੰਦੀਆਂ ਹਨ। ਕੰਮ ਆਮਦਨ ਦਾ ਵਸੀਲਾ ਹੀ ਨਹੀਂ ਹੁੰਦਾ, ਇਹ ਸਾਡੇ ਚਰਿੱਤਰ ਨੂੰ ਉਸਾਰਨ, ਆਦਤਾਂ ਨੂੰ ਢਾਲਣ ਅਤੇ ਸਾਡੇ ਨੈਣ ਨਕਸ਼ਾਂ ਨੂੰ ਨਿਖਾਰਨ ਦਾ ਵੀ ਕਾਰਜ ਕਰਦਾ ਹੈ। ਘਰ ਅੰਦਰ ਉਪਜਣ ਵਾਲੀਆਂ ਸਮੱਸਿਆਵਾਂ ਇਸਤਰੀਆਂ ਵੱਲੋਂ ਵਧੇਰੇ ਦਿਲਚਸਪੀ ਵਿਖਾਉਣ ਕਾਰਨ ਨਿਰੰਤਰ ਸੁਲਝਦੀਆਂ ਰਹਿੰਦੀਆਂ ਹਨ। ਸਿਦਕ ਅਤੇ ਸਿਰੜ ਤੋਂ ਬਿਨਾਂ ਕੌਮ ਦਾ ਤਾਂ ਕੀ, ਵਿਅਕਤੀ ਦੇ ਜੀਵਨ ਦਾ ਪੱਧਰ ਵੀ ਉੱਚਾ ਨਹੀਂ ਹੁੰਦਾ। ਜੀਵਨ ਵਿੱਚ ਦੁੱਖ ਹਨ, ਪਰ ਜੀਵਨ ਵਿੱਚ ਦੁੱਖਾਂ ਤੋਂ ਪਾਰ ਲੰਘ ਜਾਣ ਦੀ ਸ਼ਕਤੀ ਵੀ ਹੈ। ਇਸਤਰੀਆਂ ਦੀ ਦਿਲਚਸਪੀ ਤੋਂ ਬਿਨਾਂ ਘਰ ਟੁੱਟਣ ਅਤੇ ਖਿੰਡਣ ਲੱਗ ਪੈਂਦੇ ਹਨ। ਜਦੋਂ ਕੋਈ ਕਹਿੰਦਾ ਹੈ ਕਿ ਸਾਨੂੰ ਇਹ ਕਰਨਾ ਚਾਹੀਦਾ ਹੈ, ਤਾਂ ਅਰਥ ਇਹ ਹੁੰਦਾ ਹੈ ਕਿ ਅਸੀਂ ਇਹ ਕਰ ਸਕਦੇ ਹਾਂ। ਸੱਚ ਕੌੜਾ ਭਾਵੇਂ ਹੋਵੇ, ਪਰ ਇਹ ਲਾਭਕਾਰੀ ਹੁੰਦਾ ਹੈ। ਇਸਤਰੀ ਪੁਰਸ਼ ਦੀ ਨੀਅਤ ਨੂੰ ਸਹਿਜੇ ਹੀ ਪਛਾਣ ਲੈਂਦੀ ਹੈ। ਯੁੱਧ ਵਿੱਚ ਇੱਕ ਗਲਤੀ 2 ਵਾਰੀ ਕਰਨ ਦੀ ਸਹੂਲਤ ਨਹੀਂ ਹੁੰਦੀ। ਸੜਕ ਤੇ ਹੋਈ ਦੁਰਘਟਨਾ ਨੂੰ ਵੇਖ ਕੇ ਹਰ ਡਰਾਈਵਰ ਕੁਝ ਚਿਰ ਲਈ ਜ਼ਿੰਮੇਵਾਰ ਡਰਾਈਵਰ ਵਾਂਗ ਵਿਹਾਰ ਕਰਨ ਲੱਗ ਪੈਂਦਾ ਹੈ। ਸੂਝ ਸਮਝ ਤੋਂ ਬਿਨਾਂ ਮੁਸ਼ਕਲਾਂ ਮੁਸੀਬਤਾਂ ਬਣ ਜਾਂਦੀਆਂ ਹਨ। ਮਹਿੰਗੀਆਂ ਚੀਜ਼ਾਂ ਆਪਣੇ ਆਪ ਵਿੱਚ ਨਹੀਂ, ਸਾਡੇ ਵਿਸ਼ੇਸ਼ ਧਿਆਨ ਕਾਰਨ ਮਹੱਤਵਪੂਰਨ ਬਣ ਜਾਂਦੀਆਂ ਹਨ। ਆਪਣੇ ਦੁੱਖ ਸੁੱਖ ਨੂੰ ਪ੍ਰਗਟਾਉਣ ਲਈ ਇਸਤਰੀਆਂ ਆਪਣੇ ਚਿਹਰੇ ਅਤੇ ਹੱਥਾਂ ਨੂੰ ਵਧੇਰੇ ਵਰਤਦੀਆਂ ਹਨ। ਕਿਸੇ ਸਥਿਤੀ ਨੂੰ ਇਸਤਰੀ ਯਥਾਰਥਵਾਦੀ ਹੋ ਕੇ ਨਹੀਂ, ਵਧੇਰੇ ਆਸ਼ਾਵਾਦੀ ਜਾਂ ਵਧੇਰੇ ਨਿਰਾਸ਼ਾਵਾਦੀ ਹੋ ਕੇ ਵੇਖਦੀ ਹੈ। ਭੋਜਨ ਨੂੰ ਵੇਖ ਕੇ ਉਸ ਅਨੁਸਾਰ ਭੁੱਖ ਜਾਗਦੀ ਹੈ। ਭੋਜਨ ਵਧੇਰੇ ਹੋਣ ਤੇ ਅਸੀਂ ਭੁੱਖ ਵਧਾ ਲੈਂਦੇ ਹਾਂ। ਸਿੱਖਿਆ ਦਾ ਸੰਬੰਧ ਭਵਿੱਖ ਨਾਲ ਹੁੰਦਾ ਹੈ। ਇਤਿਹਾਸ ਵੀ ਇਸ ਉਦੇਸ਼ ਅਧੀਨ ਪੜ੍ਹਿਆ ਜਾਂਦਾ ਹੈ ਕਿ ਭਵਿੱਖ ਵਿੱਚ ਗਲਤੀਆਂ ਨਾ ਹੋਣ।
ਮਨੁੱਖ ਆਪਣੀਆਂ ਘਾਟਾਂ ਅਤੇ ਹਾਰਾਂ ਦੇ ਕਾਰਨ ਦੂਜਿਆਂ ਦੇ ਵਿਹਾਰ ਵਿੱਚੋਂ ਲੱਭਦਾ ਰਹਿੰਦਾ ਹੈ। ਮੂਰਖਤਾ ਪਾਣੀ ਤੇ ਲੀਕ ਵਾਂਗ ਹੁੰਦੀ ਹੈ, ਜਿਹੜੀ ਮਿਟ ਜਾਂਦੀ ਹੈ। ਸਿਆਣਪ ਪੱਥਰ ਤੇ ਲਕੀਰ ਹੁੰਦੀ ਹੈ, ਜਿਹੜੀ ਲੰਮਾ ਅਰਸਾ ਦਿਸਦੀ ਰਹਿੰਦੀ ਹੈ। ਆਪਣੇ ਹਿੱਸੇ ਨਾਲੋਂ ਵੱਧ ਲੈਣ ਦਾ ਯਤਨ ਲੋਭ ਅਖਵਾਉਂਦਾ ਹੈ। ਸਾਡੇ ਆਲੇ ਦੁਆਲੇ ਦੀ ਲਗਭਗ 30 ਇੰਚ ਥਾਂ ਸਾਡਾ ਸੁਰੱਖਿਆ ਖੇਤਰ ਹੁੰਦੀ ਹੈ। ਇਸ ਵਿੱਚ ਸਾਡੀ ਮਰਜ਼ੀ ਤੋਂ ਬਿਨਾਂ ਕੋਈ ਪ੍ਰਵੇਸ਼ ਨਹੀਂ ਕਰ ਸਕਦਾ। ਗਿਆਨ ਝਗੜੇ ਨਹੀਂ ਉਪਜਾਉਂਦਾ। ਝਗੜੇ ਗਿਆਨ ਦੀ ਅਧੂਰੀ ਸਮਝ ਵਿੱਚੋਂ ਉਪਜਦੇ ਹਨ। ਫੌਜ ਵਿੱਚ ਹੁਕਮ ਮੰਨਣ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਜੇ ਗੰਭੀਰ ਸਮੱਸਿਆਵਾਂ ਸਾਨੂੰ ਸਿਆਣਾ ਨਹੀਂ ਬਣਾਉਂਦੀਆਂ ਤਾਂ ਸਾਡਾ ਮੂਰਖ ਬਣਨਾ ਲਾਜ਼ਮੀ ਹੁੰਦਾ ਹੈ। ਬਹਿਸ ਅਕਸਰ ਤੱਥਾਂ ਦੇ ਆਧਾਰ ਤੇ ਨਹੀਂ, ਪੱਖਪਾਤਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ। ਤਰਕ ਦਿੱਤਾ ਤਾਂ ਬੁੱਧੀ ਨਾਲ ਜਾਂਦਾ ਹੈ, ਪਰ ਪ੍ਰਭਾਵਸ਼ਾਲੀ ਇਹ ਦਿਲ ਨਾਲ ਹੀ ਬਣਾਇਆ ਜਾਂਦਾ ਹੈ। ਜਿਹੜਾ ਜਨ ਸਮੂਹ ਸੋਚਣਾ ਤਿਆਗ ਦੇਵੇ, ਉਹ ਭੀੜ ਅਖਵਾਉਂਦਾ ਹੈ। ਕੋਈ ਸਮਾਜਿਕ ਉਲੰਘਣਾ ਕਰਨ ਤੇ ਹੀ ਸਾਨੂੰ ਸਮਾਜ ਦੀ ਹੋਂਦ ਅਤੇ ਸ਼ਕਤੀ ਦਾ ਗਿਆਨ ਹੁੰਦਾ ਹੈ। ਆਪਣੇ ਹਿੱਤ ਨੂੰ ਸਾਂਝੇ ਹਿੱਤਾਂ ਤੋਂ ਉੱਪਰ ਰੱਖਣ ਨੂੰ ਸੁਆਰਥ ਕਹਿੰਦੇ ਹਨ। ਜਿਹੜੇ ਅੜੇ ਰਹਿੰਦੇ ਹਨ, ਉਹ ਸੱਚ ਨੂੰ ਨਹੀਂ, ਆਪਣੇ ਆਪ ਨੂੰ ਪਿਆਰ ਕਰਦੇ ਹਨ। ਜਿਹੜਾ ਆਪਣੇ ਆਪ ਨਾਲ ਅਸੰਤੁਸ਼ਟ ਹੈ, ਉਹ ਜਾਂ ਜੁਰਮ ਕਰਨ ਬਾਰੇ ਸੋਚਦਾ ਹੈ ਜਾਂ ਬਦਲਾ ਲੈਣ ਬਾਰੇ। ਅਜਨਬੀਆਂ ਅਤੇ ਪਰਦੇਸੀਆਂ ਦੀਆਂ ਚੰਗੀਆਂ ਅਤੇ ਮਾੜੀਆਂ ਦੋਹਾਂ ਗੱਲਾਂ ਵਿੱਚ ਸਾਡੀ ਵਧੇਰੇ ਦਿਲਚਸਪੀ ਹੁੰਦੀ ਹੈ। ਪਰੇਸ਼ਾਨੀ ਅਕਸਰ ਕਲਪਨਾ ਅਤੇ ਯਥਾਰਥ ਦੀ ਵਿੱਥ ਵਿੱਚੋਂ ਉਪਜਦੀ ਹੈ। ਕੋਈ ਕਿਤਨਾ ਵੀ ਅਮੀਰ ਜਾਂ ਗਰੀਬ ਹੋਵੇ, ਜੀਵਨ ਵਿੱਚ ਖੁਸ਼ੀ ਗਮੀ ਦਾ ਅਨੁਪਾਤ ਉਹੀ ਰਹਿੰਦਾ ਹੈ। ਸੁੰਦਰਤਾ ਦਾ ਸੰਕਲਪ ਹਰੇਕ ਸਮਾਜ ਵਿੱਚ ਵੱਖਰਾ ਹੁੰਦਾ ਹੈ, ਪਰ ਸਭਨੀ ਥਾਈਂ ਸਰੀਰਕ ਸਫਾਈ, ਤੰਦਰੁਸਤੀ ਅਤੇ ਅੱਖਾਂ ਦੀ ਚਮਕ ਇਸ ਦੇ ਬੁਨਿਆਦੀ ਆਧਾਰ ਹੁੰਦੇ ਹਨ। ਪਿਆਰ ਹਰੇਕ ਪ੍ਰੇਮੀ ਨੂੰ ਅੱਵਲ ਆਉਣ ਦਾ ਅਹਿਸਾਸ ਕਰਾਉਂਦਾ ਹੈ। ਸਾਰੇ ਕਹਿੰਦੇ ਹਨ ਕਿ ਮੂਲ ਯੋਗਤਾ ਦੇ ਆਧਾਰ ਤੇ ਪੈਣਾ ਚਾਹੀਦਾ ਹੈ, ਪਰ ਯੋਗਤਾ ਸੰਬੰਧੀ ਕੋਈ ਸਹਿਮਤੀ ਨਹੀਂ ਹੁੰਦੀ। ਜ਼ਿੰਦਗੀ ਦੀਆਂ ਰੌਣਕਾਂ ਵਿੱਚੋਂ ਲੰਘਣ ਉਪਰੰਤ ਮਨੁੱਖ ਸਾਦਾ ਹੋ ਜਾਂਦਾ ਹੈ। ਜਿਸ ਨੂੰ ਅਸੀਂ ਪਿਆਰ ਕਰਦੇ ਹਾਂ, ਉਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਗੁੱਝੇ ਭੇਤ ਦੱਸਦੇ ਜਾਂਦੇ ਹਾਂ। ਇਵੇਂ ਪਿਆਰ ਗੂੜ੍ਹਾ ਹੁੰਦਾ ਜਾਂਦਾ ਹੈ। ਜਦੋਂ ਤਾਕਤ ਨਾਲ ਧਾਤ ਜੋੜ ਦਿੱਤੀ ਜਾਂਦੀ ਹੈ ਤਾਂ ਉਹ ਹਥਿਆਰ ਬਣ ਜਾਂਦੀ ਹੈ। ਘਰ ਦੀ ਸਫਾਈ ਕੋਨਿਆਂ ਤੋਂ ਪਰਖੀ ਜਾਣੀ ਚਾਹੀਦੀ ਹੈ। ਜਿਹੋ ਜਿਹਾ ਵਿਹਾਰ ਅਸੀਂ ਦੂਜਿਆਂ ਤੋਂ ਚਾਹੁੰਦੇ ਹਾਂ, ਉਹਨਾਂ ਨਾਲ ਉਹੋ ਜਿਹਾ ਵਿਹਾਰ ਵਧੇਰੇ ਚੰਗਾ ਕਰਨਾ ਚਾਹੀਦਾ ਹੈ, ਤਾਂ ਜੋ ਮੋੜਵਾਂ ਵਿਹਾਰ ਕਰਨ ਸਮੇਂ ਉਹਨਾਂ ਨੂੰ ਕੋਈ ਦੁਚਿੱਤੀ ਨਾ ਹੋਵੇ। ਸੰਸਾਰ ਵਿੱਚ ਪਿਆਰ ਸਦੀਵੀ ਹੈ, ਪ੍ਰੇਮੀ ਬਦਲਦੇ ਰਹਿੰਦੇ ਹਨ। ਹਰ ਰਿਸ਼ਤੇ ਦੇ ਆਪਣੀ ਕਿਸਮ ਦੇ ਦੁੱਖ ਸੁੱਖ, ਆਪਣੀ ਕਿਸਮ ਦੇ ਵਿਰੋਧ ਅਤੇ ਆਪਣੀ ਕਿਸਮ ਦੀਆਂ ਗਲਤਫਹਿਮੀਆਂ ਹੁੰਦੀਆਂ ਹਨ। ਚੰਗੇ ਬੰਦਿਆਂ ਵਿੱਚ ਵਿਰੋਧ ਕਰਨ ਦਾ ਵੀ ਸਲੀਕਾ ਹੁੰਦਾ ਹੈ। ਲੜੋ, ਖੂਬ ਲੜੋ, ਪਰ ਲੜਾਈ ਲਮਕਾਓ ਨਾ। ਮੁੜ ਮੁੜ ਮੰਨਣ ਨਾਲ ਗੱਲ ਵਿਸ਼ਵਾਸ ਬਣ ਜਾਂਦੀ ਹੈ। ਧਰਮ ਇਵੇਂ ਹੀ ਬਣੇ ਹਨ। ਚੰਗੇ ਬੰਦਿਆਂ ਬਾਰੇ ਬਹੁਤਾ ਕੁਝ ਲਿਖਿਆ ਨਹੀਂ ਜਾ ਸਕਦਾ। ਦੁਹਰਾਓ ਹੋਵੇਗਾ। ਦਿਲਚਸਪ ਵੇਰਵੇ ਭੈੜੇ ਬੰਦਿਆਂ ਬਾਰੇ ਹੀ ਸੰਭਵ ਹੁੰਦੇ ਹਨ। ਸਮੁੰਦਰ ਕਦੀ ਆਪੇ ਤੋਂ ਬਾਹਰ ਨਹੀਂ ਹੁੰਦਾ। ਸਮੁੰਦਰ ਵਿੱਚ ਨਾ ਹੜ੍ਹ ਆਉਂਦਾ ਹੈ, ਨਾ ਸੋਕਾ ਪੈਂਦਾ ਹੈ।
ਗਿਆਨ ਬੜਾ ਕਠਿਨ ਹੈ, ਗਿਆਨ ਦਾ ਹੰਕਾਰ ਆਸਾਨ ਹੈ। ਘਰ ਵਿੱਚ ਕੋਈ ਥਾਂ ਹੋਣੀ ਚਾਹੀਦੀ ਹੈ ਜਿੱਥੇ ਹਰ ਕੋਈ ਕੁਝ ਚਿਰ ਵਾਸਤੇ ਆਪਣੀ ਰਫ਼ਤਾਰ ਨਾਲ ਜੀ ਸਕੇ। ਸਾਦਾ ਹੋਏ ਬਿਨਾਂ ਸ਼ਾਂਤ ਅਤੇ ਸ਼ਾਂਤ ਹੋਏ ਬਿਨਾਂ ਸੰਤੁਸ਼ਟ ਹੋਣਾ ਸੰਭਵ ਨਹੀਂ ਹੁੰਦਾ। ਇਹ ਸੰਸਾਰ ਚੱਲਦਾ ਚੰਗੇ ਬੰਦਿਆਂ ਕਾਰਨ ਹੈ, ਪਰ ਇਹ ਦਿਲਚਸਪ ਭੈੜੇ ਬੰਦਿਆਂ ਕਾਰਨ ਹੁੰਦਾ ਹੈ। ਬਹੁਤ ਘੱਟ ਲੋਕ ਮੀਂਹ ਦਾ ਆਨੰਦ ਮਾਣਦੇ ਹਨ, ਬਹੁਤੇ ਕੇਵਲ ਭਿੱਜਦੇ ਹੀ ਹਨ। ਜਦੋਂ ਰੱਬ ਨਾਲ ਨੱਚੋਗੇ ਤਾਂ ਥਕਾਵਟ ਨਹੀਂ ਹੋਵੇਗੀ। ਨਿੱਕੇ ਤੋਹਫ਼ਿਆਂ ਪਿੱਛੇ ਸਨੇਹ, ਹਮਦਰਦੀ ਅਤੇ ਪਿਆਰ ਸਤਿਕਾਰ ਹੁੰਦਾ ਹੈ, ਪਰ ਵੱਡੇ ਤੋਹਫ਼ਿਆਂ ਪਿੱਛੇ ਗਰਜ ਹੁੰਦੀ ਹੈ। ਫਲ ਕੁਦਰਤ ਦੀਆਂ ਮਠਿਆਈਆਂ ਹੁੰਦੇ ਹਨ। ਸਾਰੇ ਗੀਤ ਸਹਿ ਹੋਂਦ ਅਤੇ ਸੁਖਾਵੇਂ ਜੀਵਨ ਦੀ ਤਾਂਘ ਵਿੱਚੋਂ ਉਪਜਦੇ ਹਨ। ਖੇਡ ਬੱਚਿਆਂ ਦੇ ਅੰਦਰ ਹੁੰਦੀ ਹੈ। ਖਿਡੌਣੇ ਨਾ ਹੋਣ ਉਹ ਆਪੇ ਸਿਰਜ ਲੈਂਦੇ ਹਨ। ਉਹ ਜਿਸ ਚੀਜ਼ ਨੂੰ ਹੱਥ ਲਾਉਂਦੇ ਹਨ ਉਹ ਖਿਡੌਣਾ ਬਣ ਜਾਂਦੀ ਹੈ। ਅਸੀਂ ਮੂਰਖਤਾ ਬਰਦਾਸ਼ਤ ਕਰ ਲੈਂਦੇ ਹਾਂ, ਪਰ ਕਿਸੇ ਵੱਲੋਂ ਮੂਰਖਤਾ ਉੱਤੇ ਮਾਣ ਕਰਨਾ ਬਰਦਾਸ਼ਤ ਨਹੀਂ ਕਰਦੇ। ਦੂਜਿਆਂ ਵੱਲੋਂ ਸਾਡੇ ਵੱਲ ਧਿਆਨ ਦੇਣ ਜਾਂ ਨਾ ਦੇਣ ਨਾਲ ਹੀ ਸਾਨੂੰ ਆਪਣੇ ਆਪ ਬਾਰੇ ਪਤਾ ਲੱਗਦਾ ਹੈ। ਦੂਜਿਆਂ ਪ੍ਰਤੀ ਧੰਨਵਾਦ ਦੀ ਭਾਵਨਾ ਜੀਵਨ ਦੀ ਖੁਸ਼ਹਾਲੀ ਵਿੱਚੋਂ ਉਪਜਦੀ ਅਤੇ ਜੀਵਨ ਦੀ ਖੁਸ਼ਹਾਲੀ ਉਪਜਾਉਂਦੀ ਹੈ। ਆਪਣੀਆਂ ਲੜਾਈਆਂ ਝਗੜੇ ਧਿਆਨ ਨਾਲ ਚੁਣੋ, ਕਿਉਂਕਿ ਇਹ ਸਭ ਤੋਂ ਮਹਿੰਗਾ ਮਨੋਰੰਜਨ ਹੁੰਦੇ ਹਨ। ਗੁੱਸੇ ਦੀ ਹਾਲਤ ਵਿੱਚ ਜਿਹੜਾ ਹੱਥ ਹਿਲਾ ਹਿਲਾ ਕੇ ਬੋਲਦਾ ਹੈ ਉਹ ਪਹਿਲਾਂ ਹਮਲਾ ਕਰਦਾ ਹੈ। ਕਿਨਾਰਿਆਂ ਵਿੱਚ ਵਹਿੰਦਾ ਪਾਣੀ ਦਰਿਆ ਖਵਾਉਂਦਾ ਹੈ। ਕਿਨਾਰਿਆਂ ਦੀ ਉਲੰਘਣਾ ਕਰਨ ਵਾਲਾ ਪਾਣੀ ਹੜ੍ਹ ਬਣ ਜਾਂਦਾ ਹੈ। ਹੜ੍ਹ ਦਾ ਪਾਣੀ ਕਿਸੇ ਕੰਮ ਨਹੀਂ ਆਉਂਦਾ। ਜੇ ਧਿਆਨ ਨਾਲ ਵੇਖੀਏ ਤਾਂ ਮੂਰਖ ਸਾਡੇ ਵਰਗੇ ਹੀ ਹੁੰਦੇ ਹਨ। ਸਾਡੀ ਸੋਚ ਵਿੱਚ ਭਰਮ ਅਤੇ ਅਸਲੀਅਤ ਦੇ ਖਾਨੇ ਵੱਖਰੇ ਵੱਖਰੇ ਹਨ। ਇਹ ਕਦੇ ਵੀ ਆਮੋ ਸਾਹਮਣੇ ਨਹੀਂ ਹੁੰਦੇ। ਪਾਗਲ ਨਾਲ ਬਹਿਸ ਕਰਨੀ ਬਹਿਸ ਕਰਨ ਵਾਲੇ ਦਾ ਪਾਗਲਪਨ ਹੁੰਦੀ ਹੈ। ਛੜਾ ਆਪਣੇ ਵਿਆਹ ਨੂੰ ਕਦੇ ਨਹੀਂ ਭੁੱਲਦਾ। ਇੱਕ ਚੰਗਾ ਆਗੂ ਚੰਗੇ ਸ਼ਰਧਾਲੂ ਨਹੀਂ, ਹੋਰ ਚੰਗੇ ਆਗੂ ਪੈਦਾ ਕਰਦਾ ਹੈ। ਸਰਕਾਰ ਆਪਣੇ ਕੀਤੇ ਵਾਅਦੇ 3 ਹਾਲਤਾਂ ਵਿੱਚ ਹੀ ਪੂਰੇ ਕਰਦੀ ਹੈ: ਜਦੋਂ ਸਰਕਾਰ ਡਿੱਗਦੀ ਹੋਵੇ, ਜਦੋਂ ਕੀਤਾ ਵਾਅਦਾ ਪੂਰਾ ਕਰਨ ਦਾ ਸਰਕਾਰ ਨੂੰ ਲਾਭ ਹੁੰਦਾ ਹੋਵੇ ਅਤੇ ਜਦੋਂ ਅਗਲੀ ਚੋਣ ਨੇੜੇ ਹੋਵੇ। ਰਾਜਨੀਤੀ ਵਿੱਚ ਦੋਸਤ ਨੂੰ ਆਪਣੇ ਅਧੀਨ ਰੱਖਣ ਜਾਂ ਉਸਦੇ ਅਧੀਨ ਰਹਿਣ ਨਾਲ ਗਲਤਫਹਿਮੀਆਂ ਦਾ ਉਪਜਣਾ ਸੁਭਾਵਿਕ ਹੁੰਦਾ ਹੈ। ਕਿਸੇ ਅਣਜਾਣ ਦੀ ਮਦਦ ਕਰਨ ਸਮੇਂ ਆਪ ਪ੍ਰਸੰਨ ਹੋਣਾ ਜ਼ਰੂਰੀ ਸ਼ਰਤ ਹੁੰਦੀ ਹੈ। ਰਿਸ਼ਤਾ ਇਸ ਆਧਾਰ ਤੇ ਚੱਲਦਾ ਹੈ ਕਿ ਇਸ ਵਿੱਚ ਅਸੀਂ ਪਾਉਂਦੇ ਕੀ ਹਾਂ ਅਤੇ ਇਸ ਵਿੱਚੋਂ ਅਸੀਂ ਕੱਢਦੇ ਕੀ ਹਾਂ। ਬਹਾਦਰੀ ਸਰੀਰਕ ਨਹੀਂ ਹੁੰਦੀ, ਇਹ ਤਕੜੇ ਸਰੀਰ ਵਿੱਚ ਨਹੀਂ ਹੁੰਦੀ, ਇਹ ਦ੍ਰਿੜ ਇਰਾਦੇ ਵਿੱਚ ਹੁੰਦੀ ਹੈ। ਕਿਸੇ ਨੂੰ ਜਾਣੇ ਬਿਨਾਂ ਉਸ ਨੂੰ ਨਫ਼ਰਤ ਨਹੀਂ ਕੀਤੀ ਜਾ ਸਕਦੀ। ਰਿਸ਼ਤੇ ਨੂੰ ਹੰਢਣਸਾਰ ਬਣਾਉਣ ਲਈ ਇਸ ਨੂੰ ਚੰਗੀਆਂ ਗੱਲਾਂ ਨਾਲ ਜੋੜੀ ਰੱਖਣਾ ਜ਼ਰੂਰੀ ਹੁੰਦਾ ਹੈ। ਜਦੋਂ ਮਨੁੱਖ ਪਰਮਾਤਮਾ ਨੂੰ ਵੇਖਣਾ ਬੰਦ ਕਰ ਦਿੰਦਾ ਹੈ ਤਾਂ ਉਸ ਨੂੰ ਸਭ ਪਾਸੇ ਕੇਵਲ ਦੁਸ਼ਮਣ ਹੀ ਨਜ਼ਰ ਆਉਂਦੇ ਹਨ। ਮਾਨਵ ਜਾਤੀ ਦੀ ਨਿਰੰਤਰਤਾ ਬਣਾਈ ਰੱਖਣ ਲਈ ਕੁਦਰਤ ਸਾਨੂੰ ਪਿਆਰ ਦੇ ਨਾਟਕ ਵਿੱਚ ਰਿਝਾਈ ਰੱਖਦੀ ਹੈ। ਕੋਈ ਚੰਗਾ ਤਾਂ ਸਾਨੂੰ ਆਪਣੇ ਨੈਣ ਨਕਸ਼ਾਂ ਕਰਕੇ ਲੱਗਦਾ ਹੈ, ਪਰ ਪਿਆਰ ਅਸੀਂ ਉਸਦੇ ਗੁਣਾਂ ਨੂੰ ਕਰਦੇ ਹਾਂ।
ਪਿਆਰ ਹੋ ਜਾਣ ਤੇ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਅਤੇ ਚੁਸਤ ਲਿਬਾਸ ਪਹਿਨਣ ਦੀ ਜਾਂਚ ਆ ਜਾਂਦੀ ਹੈ। ਸਾਡਾ ਪਿਆਰਾ ਭਾਵੇਂ ਸਧਾਰਨ ਹੀ ਵਿਖਾਈ ਦੇਵੇ, ਉਸ ਨੂੰ ਪਿਆਰ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਸਾਨੂੰ ਉਸਦੇ ਹੋਰ ਗੁਣ ਵੀ ਵਿਖਾਈ ਦੇ ਰਹੇ ਹੁੰਦੇ ਹਨ। ਅਸੀਂ ਉਹਨਾਂ ਨੂੰ ਪਸੰਦ ਕਰਦੇ ਹਾਂ ਜਿਹੜੇ ਸਾਨੂੰ ਆਪਣੇ ਵਿਸ਼ੇਸ਼ ਅਤੇ ਨਿਆਰੇ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਸੱਚ ਇਹ ਹੀ ਨਹੀਂ ਕਿ ਹੰਸ ਹੰਸਾਂ ਨਾਲ ਉੱਡਦੇ ਹਨ, ਸੱਚ ਇਹ ਵੀ ਹੈ ਕਿ ਜਿਹੜੇ ਹੰਸਾਂ ਨਾਲ ਉੱਡਦੇ ਹਨ ਉਹ ਆਪਣੇ ਆਪ ਨੂੰ ਹੰਸ ਸਮਝਣ ਲੱਗ ਪੈਂਦੇ ਹਨ। ਜੁਰਮਾਂ ਦੀ ਸਜ਼ਾ ਨਾ ਮਿਲਣ ਕਾਰਨ ਹਰ ਖੇਤਰ ਵਿੱਚ ਜੁਰਮ ਵੱਧ ਜਾਂਦੇ ਹਨ। ਕਾਲਜ ਯੂਨੀਵਰਸਿਟੀ ਵਿੱਚ ਕੁਝ ਗਿਆਨ ਦੇ ਪਿੱਛੇ ਦੌੜਦੇ ਹਨ, ਪਰ ਬਹੁਤੇ ਕਿਸੇ ਦੇ ਪਿੱਛੇ ਦੌੜਦੇ ਅਤੇ ਪਿੱਛੇ ਦੌੜਨ ਦਾ ਗਿਆਨ ਪ੍ਰਾਪਤ ਕਰਦੇ ਹਨ। ਪ੍ਰਸ਼ੰਸਾ ਦੇ ਮੁਕਾਬਲੇ ਨਿੰਦਾ ਵਧੇਰੇ ਜੋਸ਼ ਨਾਲ ਕੀਤੀ ਜਾਂਦੀ ਹੈ। ਜਦੋਂ ਤੱਕ ਵਿਆਹ ਨੂੰ 25 ਵਰ੍ਹੇ ਨਾ ਹੋ ਜਾਣ, ਪਤਾ ਹੀ ਨਹੀਂ ਲੱਗਦਾ ਕਿ ਪਤੀ ਪਤਨੀ ਦਾ ਪਿਆਰ ਕੀ ਹੁੰਦਾ ਹੈ। ਆਲੋਚਨਾ ਉਸੇ ਦੀ ਕਰਨੀ ਚਾਹੀਦੀ ਹੈ ਜਿਸ ਦੇ ਵਿਕਾਸ ਵਿੱਚ ਸਾਡੀ ਦਿਲਚਸਪੀ ਹੋਵੇ। ਪਿਆਰਾ ਇਸ ਲਈ ਚੰਗਾ ਲੱਗਦਾ ਹੈ ਕਿਉਂਕਿ ਉਸ ਨਾਲ ਸਾਰੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਅਤੇ ਉਸ ਨੂੰ ਵੇਖ ਕੇ ਨਵੀਆਂ ਗੱਲਾਂ ਉੱਠਦੀਆਂ ਹੀ ਹਨ। ਜਿੱਥੇ ਵੀ ਕ੍ਰਿਸ਼ਨ ਹੋਵੇਗਾ ਉੱਥੇ ਜਿੱਤ ਹੋਵੇਗੀ। ਜਿੱਤ ਕ੍ਰਿਸ਼ਨ ਕਰਕੇ ਨਹੀਂ ਹੋਵੇਗੀ, ਕ੍ਰਿਸ਼ਨ ਹੀ ਜਿੱਤ ਹੈ। ਨਿਸ਼ਾਨੇ ਦੀ ਖਿੱਚ ਅਜਿਹੀ ਹੋਣੀ ਚਾਹੀਦੀ ਹੈ ਕਿ ਰਸਤੇ ਦੀਆਂ ਦੁਸ਼ਵਾਰੀਆਂ ਰੁਕਾਵਟ ਨਾ ਬਣਨ। ਜੀਵਨ ਦਾ ਦੁਖਾਂਤ ਇਹ ਨਹੀਂ ਕਿ ਇਹ ਜਲਦੀ ਮੁੱਕ ਜਾਂਦਾ ਹੈ, ਸਗੋਂ ਇਹ ਹੈ ਕਿ ਅਸੀਂ ਜਿਉਣਾ ਆਰੰਭ ਹੀ ਨਹੀਂ ਕਰਦੇ। ਜਦੋਂ ਕੋਈ ਉਦੇਸ਼ ਮਿੱਥ ਲਈਏ ਤਾਂ ਅਸੀਂ ਅਤੀਤ ਵਿੱਚ ਜਿਉਣਾ ਬੰਦ ਕਰ ਦਿੰਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।